ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 71ਵੇਂ ਸ਼ਬਦ ਦੇ ਦੂਜੇ ਭਾਗ ਦੀ ਵਾਰੀ ਹੈ ਜੀ। ਗੌੜੀ ਗੁਆਰਰੀ ਮਹੱਲਾ ਪੰਜਵਾਂ। ਕਿਉਂ ਭਰਮੀਏ ਭਰਮ ਕਿਸ ਕਾ ਹੋਏ, ਜਲ ਥਲ ਮਈਲ ਰਵਿਆ ਸੋਈ। ਗੁਰਮੁਖ ਉਬਰੇ ਮਨ ਮੁਖ ਪਤ ਖੋਈ, ਜਿਸ ਰਾਖੇ ਆਪ ਰਾਮ ਦਇਆਰਾ। ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ ਰਹਾਓ। ਸਭ में ਵਰਤੇ ਏਕ ਅਨੰਤਾ, ਤਾਂ ਤੂੰ ਸੁਖ ਹੋ ਸੋ ਹੋਏ ਅਚਿੰਤਾ। ਉਹ ਸਭ ਕੁਛ ਜਾਣੇ ਜੋ ਵਰਤੰਤਾ, ਮਨ ਮੁਖ ਮੂਏ ਜਿਨ ਦੂਜੀ ਪਿਆਸਾ। ਬਹੁ ਜੋਨੀ ਭਵੇ ਤੁਰਤ ਕਿਰਤ ਲਖ ਆਸਾ, ਜੈਸਾ ਬੀਜੇ ਤੈਸਾ ਖਾਸਾ। ਦੇਖ ਦਰਸ ਮਨ ਪੈ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪਰਗਾਸਾ। ਜਨ ਨਾਨਕ ਕੀ ਹਰ ਪੂਰਨ ਆਸਾ, ਜੈਸਾ ਬੀਜੇ ਤੈਸਾ ਖਾਸਾ। ਦੇਖ ਦਰਸ ਮਨ ਭਇਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪਰਗਾਸਾ। ਜਨ ਨਾਨਕ ਕੀ ਹਰ ਪੂਰਨ ਆਸਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਵਾਲ ਵਿੱਚ ਕਹਿੰਦੇ ਹਨ ਕਿ ਇਹ ਭਾਈ, ਅਸੀਂ ਕਿਸ ਲਈ ਭਰਮ ਭੁਲੇਖਿਆਂ ਵਿੱਚ ਪਈਏ। ਭਰਮ ਭੁਲੇਖਾ ਕਿਸ ਗੱਲ ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਕਿ ਜਲ ਵਿੱਚ, ਥਲ ਵਿੱਚ, ਪੁਲਾੜ ਵਿੱਚ, ਭਾਵ ਇਸ ਸਾਰੀ ਸ੍ਰਿਸ਼ਟੀ ਵਿੱਚ ਉਹ ਪਰਮੇਸ਼ਰ ਹਰੀ ਆਪ ਹੀ ਵਿਆਪਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖ ਭਰਮਾਂ ਤੋਂ ਉੱਠ ਕੇ ਸੰਸਾਰ ਸਾਗਰ ਤੋਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤਰ ਗਏ ਹਨ ਜੀ। ਅਤੇ ਮਨਮੁਖਾਂ ਨੇ ਆਪਣੇ ਭਰਮਾਂ ਵਿੱਚ, ਹਉਮੈ ਵਿੱਚ, ਵਿਕਾਰਾਂ ਵਿੱਚ ਫਸੇ ਹੋਣ ਕਰਕੇ ਆਪਣੀ ਇੱਜ਼ਤ ਗਵਾ ਲਈ ਹੈ ਜੀ। ਇੱਜ਼ਤ ਗਵਾ ਲਈ ਹੈ ਦਾ ਭਾਵ ਆਪਣੀ ਜ਼ਿੰਦਗੀ ਗਵਾ ਲਈ ਹੈ ਜੀ। ਇਸੇ ਤਰ੍ਹਾਂ ਹੀ ਲੰਘਾ ਲਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜਿਸ ਮਨੁੱਖ ਨੂੰ ਦਿਆਲੂ ਪਰਮੇਸ਼ਰ ਰਾਮ ਆਪ ਰੱਖਦਾ ਹੈ ਜੀ, ਉਸ ਨੂੰ ਦੂਜਾ ਕੋਈ ਮਨੁੱਖ ਪਹੁੰਚਣ ਵਾਲਾ ਵੀ ਨਹੀਂ ਹੈ ਜੀ, ਹੁੰਦਾ ਜੀ। ਭਾਵ ਉਸ ਦਾ, ਪਰਮੇਸ਼ਰ ਦਾ ਕੌਣ ਮੁਕਾਬਲਾ ਕਰ ਸਕਦਾ ਹੈ ਜੀ। ਅਤੇ ਜਿਸ ਨੂੰ ਉਹ ਪਰਮੇਸ਼ਰ ਰੱਖਦਾ ਹੈ, ਉਸ ਦਾ ਨੁਕਸਾਨ ਕਦੀ ਨਹੀਂ ਹੁੰਦਾ ਜੀ। ਭਾਵ ਉਸ ਨੂੰ ਕੋਈ ਨਹੀਂ ਦੁੱਖ ਬਚਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਾਈ, ਉਹ ਇੱਕ ਅਨੰਤ ਬੇਅੰਤ ਪਰਮੇਸ਼ਰ ਸਾਰਿਆਂ ਵਿੱਚ ਮੌਜੂਦ ਹੈ ਜੀ, ਸਾਰਿਆਂ ਵਿੱਚ ਵਰਤ ਰਿਹਾ ਹੈ ਜੀ। ਇਸ ਲਈ ਤੂੰ ਚਿੰਤਾ ਤੋਂ ਰਹਿਤ ਹੋ ਕੇ ਸੁੱਖ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਸੁੱਖ ਪਾ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜੋ ਕੁਝ ਵੀ ਵਰਤ ਰਿਹਾ ਹੈ, ਉਹ ਪਰਮੇਸ਼ਰ ਸਭ ਕੁਝ ਜਾਣਦਾ ਹੈ ਜੀ। ਭਾਵ ਉਹਦੇ ਹੁਕਮ ਵਿੱਚ ਹੀ ਸਭ ਕੁਝ ਹੋ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਉਹ ਮਨਮੁਖ ਮਰੇ ਹੋਏ ਸਮਝੋ, ਜਿਨ੍ਹਾਂ ਨੂੰ ਦੂਜੀ ਭਾਵ ਮਾਇਕ ਪਦਾਰਥਾਂ ਦੀ ਅਤੇ ਵਿਕਾਰਾਂ ਦੀ ਭੁੱਖ ਅਤੇ ਪਿਆਸ ਲੱਗੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਬਹੁਤ ਜੋਨੀਆਂ ਵਿੱਚ ਫਿਰਦੇ ਰਹਿੰਦੇ ਹਨ ਜੀ। ਭਾਵ ਉਹ ਆਪਣੇ ਵਿਕਾਰਾਂ ਵਾਲੀ ਜ਼ਿੰਦਗੀ ਬਤੀਤ ਕਰਕੇ ਜੰਮਣ ਮਰਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਜੀ। ਆਵਾਗਮਨ ਦੇ ਗੇੜ ਵਿੱਚ ਰਹਿੰਦੇ ਹਨ ਜੀ, ਕਿਉਂਕਿ ਉਹਨਾਂ ਦੀ ਧੁਰੋਂ ਪਈ ਹੋਈ ਕਿਰਤ ਵਿੱਚ ਪਰਮੇਸ਼ਰ ਨੇ ਇਹ ਕੁਝ ਲਿਖਿਆ ਹੋਇਆ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਮਨਮੁਖ ਜਿਹੋ ਜਿਹਾ ਬੀਜਦੇ ਹਨ ਜੀ, ਉਹਨਾਂ ਨੂੰ ਤਿਹੋ ਜਿਹਾ ਉਸਦਾ ਫਲ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਭਾਈ, ਪਰਮੇਸ਼ਰ ਦਾ ਦਰਸ਼ਨ ਦੇਖ ਕੇ, ਭਾਵ ਗੁਰਸ਼ਬਦ ਗੁਰਬਾਣੀ ਦੁਆਰਾ ਸਾਡੇ ਮਨ ਵਿੱਚ ਖੇੜਾ ਆਨੰਦ ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਨੂੰ ਸਾਰਾ ਵਿਸ਼ਵ ਬ੍ਰਹਮ ਜੋਤ ਪ੍ਰਕਾਸ਼ ਹੀ ਨਜ਼ਰ ਆਇਆ ਹੈ ਜੀ। ਭਾਵ ਉਸ ਪਰਮੇਸ਼ਰ ਦੀ ਰਚੀ ਸ੍ਰਿਸ਼ਟੀ ਹੀ ਨਜ਼ਰ ਆਈ ਹੈ ਜੀ। ਫਿਰ ਪਰਮੇਸ਼ਰ ਹਰੀ ਨੇ ਦਾਸ ਦੀ ਆਸਾ ਪੂਰੀ ਕੀਤੀ ਹੈ ਜੀ। ਭਾਵ ਸਭ ਪਾਸੇ ਉਸ ਰੱਬੀ ਜੋਤ ਦਾ ਹੀ ਪ੍ਰਕਾਸ਼ ਦਿਖਾਈ ਦਿੰਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ ਕਿ ਭਰਮ ਵਿੱਚ ਕੀਤੇ ਹੋਏ ਹਰ ਇੱਕ ਕੰਮ ਵਿੱਚ ਹਾਨੀ ਹੀ ਹੁੰਦੀ ਹੈ ਜੀ। ਇਸ ਲਈ ਗੁਰਸ਼ਬਦ ਗੁਰਬਾਣੀ ਹਰ ਮੂਲ ਨਾਲ ਜੁੜਨ ਨਾਲ ਨਾਸਤਿਕ ਮਨੁੱਖਾਂ ਨੂੰ ਰੱਬੀ ਹੋਂਦ ਬਾਰੇ ਵਿਸ਼ਵਾਸ ਬਣਾ ਰਹੇ ਹਨ ਜੀ ਕਿ ਕਰਤਾ ਪੁਰਖ ਦੀ ਸਾਜੀ ਹੋਈ ਇਹ ਸਾਰੀ ਸ੍ਰਿਸ਼ਟੀ ਹੈ ਜੀ, ਅਤੇ ਇਸ ਦੀ ਸਮਝ ਔਰ ਆਪਣੇ ਮੂਲ ਦੀ ਪਹਿਚਾਨ ਸਾਨੂੰ ਗੁਰਸ਼ਬਦ ਗੁਰਬਾਣੀ ਰਾਹੀਂ ਹੋ ਸਕਦੀ ਹੈ ਜੀ। ਜੋ ਖਜ਼ਾਨਾ ਸਾਨੂੰ ਗੁਰਬਾਣੀ ਦਾ ਗੁਰੂਆਂ ਨੇ ਬਖਸ਼ਿਆ ਹੈ ਜੀ। ਫਿਰ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ ਕਿਉਂ ਭਰਮੀਏ ਭਰਮ ਕਿਸਕਾ ਹੋਈ, ਜਲ ਥਲ ਮਈਲ ਰਵਿਆ ਸੋਈ। ਗੁਰੂ ਜੀ ਕਹਿੰਦੇ ਹਨ ਜੇ ਰੱਬੀ ਹੋਂਦ ਤੇ ਦ੍ਰਿੜਤਾ ਵਿਸ਼ਵਾਸ ਆ ਜਾਵੇ ਤਾਂ ਇਹ ਸਮਝ ਆ ਜਾਂਦੀ ਹੈ ਕਿ ਜਿਸ ਨੂੰ ਪਰਮੇਸ਼ਰ ਸਾਈਂ ਰੱਖਣ ਵਾਲਾ ਹੋਵੇ ਉਸਦਾ ਕੋਈ ਵਾਲ ਤੱਕ ਵਿੰਗਾ ਨਹੀਂ ਕਰ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਏਕ ਓਂਕਾਰ ਤੋਂ ਵਿਛੋੜ ਕੇ, ਭਾਵ ਇੱਕ ਇਸ ਏਕੇ ਤੋਂ ਏਕਾ ਭਾਵ ਆਪਣੇ ਆਪ ਤੋਂ ਮੂਲ ਤੋਂ ਵਿਛੜ ਕੇ ਦਵੈਤ ਵਿੱਚ ਪਾਉਣ ਵਾਲੀ ਅਤੇ ਤ੍ਰਿਸ਼ਨਾ ਵਿਕਾਰਾਂ ਵਿੱਚ ਭਟਕਾਉਣ ਵਾਲੀ ਹਉਮੈ ਹਉ ਹੈ ਜੀ। ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਭੁੱਖ, ਤ੍ਰਿਲੋਕੀ ਦੇ ਨਾਥ ਦੀ ਆਸ ਰੱਖਣ ਨਾਲ ਹੀ ਮਨ ਵਿੱਚ ਪ੍ਰਕਾਸ਼ ਤੇ ਵਿਕਾਸ ਪੈਦਾ ਹੁੰਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।